सरकार तक आवाज़ नहीं पहुँचेगी, दोबारा कतल होंगे, दोबारा खोह होंगे, केसरगढ़ मंडी 50 लाख रुपया लुटिया गया, दोबारा फरोती वास्ते फोन आएंगे, तो साडी जिम्मेवारी बनेगी कि असी इस एजिटेशन नूं होर वड्डा रूप देवांगे उस तो बाद ताकि सरकार के कन्ना तक साडी आवाज़ पहुँच सके। नशे नूं लैके गैंगस्टरां नूं लैके गोलियां चलियां तो लोग कहते सी असीं बदलाव लियाना। चंडीगढ़ जाने तो बेल्ट पा लेंदे हो क्योंकि कानून का डर है, सिर्फ कानून का डर है। लोगों के जिहड़ा कानून का डर है खत्म हो गया, जिस करके चीज़ां हो रही। नहीं तो किहदी जरूरत है जो उन्होंने पता हो कि अगर मैं गोली चलाई मैं जेल च जाना पेगा तो गोलियां चलाओ, और एक दो नहीं 70 राउंड गोलियां चलियां। कि 10 लोग सीगे तो 2 फड़े गए, बाकी 8 नहीं फड़े गए, क्योंकि 8 ने कितना किते पोलीटिकल शैल्टर ले लिया। इस हल्के 'च तीजी घटना महीने दे विच। पहला एक सिख लड़के नूं उपरों नीचे सड़ता दूजी मंजिल तो, सैकेंड साडा वार्ड प्रधान का कतल होया, थर्ड आ गोलियां चलियां। सत श्री अकाल जी सारिਆਂ ਨੂੰ। ਸਕਰੋਲ ਪੰਜਾਬ ਦੇ ਨਾਲ ਜੁੜਿਓ ਤੁਸੀਂ। ਮੈਂ ਹਾਂ ਸੌਰਵ ਅਰੋੜਾ। ਦੇਰ ਰਾਤ ਕੱਲ ਤਾਬੜਤੋੜ ਜਿਹੜੀਆਂ ਗੋਲੀਆਂ ਚਲਦੀਆਂ ਲੁਧਿਆਣਾ ਦੇ ਵਿੱਚ, ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਬਰਥਡੇ ਪਾਰਟੀ ਚੱਲਦੀ ਹੈ, ਉਸ ਤੋਂ ਬਾਅਦ ਤਕਰਾਰ ਹੁੰਦਾ ਹੈ ਤੇ ਗੋਲੀਆਂ ਚਲਦੀਆਂ ਨੇ, ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ। ਸਾਬਕਾ ਐਮਐਲਏ ਸਾਡੇ ਨਾਲ ਨੇ ਸੰਜੇ ਤਲਵਾਰ ਸਾਹਿਬ। ਲੋਕ ਕਹਿੰਦੇ ਸੀਗੇ ਬਦਲਾਵ ਲਿਆਣਾ, ਲੱਗਦਾ ਹੈ ਕਿ ਬਦਲਾਵ ਆ ਰਿਹਾ ਸਾਡੇ ਸਾਰਿਆਂ ਦੇ, ਕਿਉਂਕਿ ਮੈਂ ਵੀ ਬੇਸਿਕਲੀ ਪੰਜਾਬੀ ਹਾਂ, ਇੱਥੋਂ ਦਾ ਰਹਿਣ ਵਾਲਾ, ਮੇਰਾ ਪਰਿਵਾਰ ਹੈ, ਮੇਰੇ ਬੱਚੇ ਹੈ। ਅਸੀਂ ਰਾਜਨੀਤੀ ਲੋਕਾਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਸਾਡੇ ਇਲਾਕੇ ਦੇ ਲੋਕਾਂ ਦੀ ਸਿਕਿਉਰਿਟੀ, ਉਹਨਾਂ ਦੀ ਲਾਈਫ ਸੇਵ ਰਵੇ। ਜਿਹੜੀਆਂ ਬਾਕੀ ਗੱਲਾਂ ਸੈਕੰਡਰੀ ਹੈ, ਕੋਈ ਪੈਨਸ਼ਨ ਵੱਧ ਗਈ ਕਿ ਘਟ ਗਈ, ਡਿਵੈਲਪਮੈਂਟ ਹੋਈ ਜਾਂ ਨਾ ਹੋਈ, ਲੇਕਿਨ ਆ 25 ਦਿਨ ਦੇ ਵਿੱਚ ਜਿਹੜਾ ਬਦਲਾਅ ਆਇਆ, ਮਤਲਬ ਲੋਕਾਂ ਨੇ ਇਹਦੀ ਉਮੀਦ ਨਹੀਂ ਕੀਤੀ ਸੀਗੀ। ਬੜੀ ਮਾੜੀ ਗੱਲ ਹੈ, ਬੜੀ ਮੰਦਭਾਗੀ ਗੱਲ ਹੈ। ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਅਸੀਂ ਅੱਜ 1 ਘੰਟੇ ਦਾ ਮੌਨ ਵਰਤ ਰੱਖਿਆ ਆਪਣੀ ਜਿਹੜੀ ਲੋਕਾਂ ਦੀ ਆਵਾਜ਼ ਹੈ ਸਰਕਾਰ ਤੱਕ ਪਹੁੰਚਾਉਣ ਵਾਸਤੇ। अगर सरकार तक आवाज़ नहीं पहुँचेगी, दोबारा कतल होंगे, दोबारा खोह होंगे, केसरगढ़ मंडी 50 लाख रुपया लुटिया गया, दोबारा फरोती वास्ते फोन आएंगे, तो साडी जिम्मेवारी बनेगी कि असी इस एजिटेशन नूं होर वड्डा रूप देवांगे उस तो बाद ताकि सरकार के कन्ना तक साडी आवाज़ पहुँच सके। तलवार साहब, जिवें कल राती इत्थे गोलियां चलियां, लोग कह रहे हैं 70 ਤੋਂ 80 गोलियां चलियां, गड्डियां भंनतियां, दर्जनां गड्डियां भंनतियां, लगता है कि पंजाब का माहौल खराब हो रहा है। जिवें कि ਤੁਸੀਂ ਪੈਂਪਲੇਟ ਫੜਿਆ, ਇਹਦੇ ਤੇ ਲਿਖਿਆ ਕਿ ਇੰਨੇ ਜਿਹੜੇ ਮਰਡਰ ਹੋ ਗਏ, ਨਸ਼ੇ ਨੂੰ ਲੈ ਕੇ ਗੈਂਗਸਟਰਾਂ ਨੂੰ ਲੈ ਕੇ ਗੋਲੀਆਂ ਚੱਲੀਆਂ, ਤੇ ਲੋਕ ਕਹਿੰਦੇ ਸੀ ਅਸੀਂ ਬਦਲਾਵ ਲਿਆਣਾ, ਕਿ ਨਵੀਂ ਸਰਕਾਰ ਬਣਾਓ, ਕੇਜਰੀਵਾਲ ਨੂੰ ਇੱਕ ਮੌਕਾ ਦਿਓ, ਤੇ ਉਹ ਜਿਹੜਾ ਮੌਕਾ ਦਿੱਤਾ ਲੋਕਾਂ ਨੇ ਕਿਤੇ ਨਾ ਕਿਤੇ ਉਹ ਸਹੀ ਹੈ ਕਿ ਗਲਤ ਹੈ? ਦੇਖੋ, ਤੁਸੀਂ ਸਿੰਗਾਪੁਰ ਚਲ ਜਾਓ, ਦੁਬਈ ਚਲ ਜਾਓ, ਤੁਹਾਨੂੰ ਪੂਰੀ ਸੜਕ ਤੇ ਪੁਲਿਸ ਨਜ਼ਰ ਨਹੀਂ ਆਉਂਦੀ। ਤੁਸੀਂ ਥੁੱਕਦੇ ਵੀ ਉਹਦੇ ਤੁਹਾਨੂੰ 5000 ਜੁਰਮਾਨਾ, ਉਹ ਵੀ ਪਤਾ ਲੱਗ ਜਾਂਦਾ ਵੀ ਤੂੰ ਥੁੱਕਿਆ ਵਾ, ਤੇ ਲੋਕ ਥੁੱਕਦੇ ਨਹੀਂ। ਤੁਸੀਂ ਛੱਡੋ, ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ। ਜਦੋਂ ਮੁਰਿੰਡਾ ਕ੍ਰੋਸ ਹੋ ਜਾਂਦੇ ਹੋ, ਖਮਾਣੋ ਕ੍ਰੋਸ ਹੁੰਦੇ ਹੋ, ਚੰਡੀਗੜ੍ਹ ਜਾਣ ਲਈ ਬੈਲਟ ਪਾ ਲੈਂਦੇ ਹੋ, ਕਿਉਂਕਿ ਕਾਨੂੰਨ ਦਾ ਡਰ ਹੈ। ਉਹੀ ਬੰਦੇ ਨੇ, ਉਹੀ ਸਾਰਾ ਕੁਝ ਹੈ, ਉਹੀ ਦੇਸ਼ ਹੈ, ਉਹੀ ਇਲਾਕੇ ਨੇ, ਸਿਰਫ ਕਾਨੂੰਨ ਦਾ ਡਰ ਹੈ। ਬੇਸਿਕਲੀ ਪੰਜਾਬ ਦੇ ਵਿੱਚ ਲੋਕਾਂ ਦੇ ਜਿਹੜਾ ਕਾਨੂੰਨ ਦਾ ਡਰ ਹੈ ਉਹ ਖਤਮ ਹੋ ਗਿਆ, ਜਿਸ ਕਰਕੇ ਚੀਜ਼ਾਂ ਹੋ ਰਹੀਆਂ। ਨਹੀਂ ਤਾਂ ਕਿਹਦੀ ਜ਼ਰੂਰਤ ਹੈ ਜਦੋਂ ਉਹਨੂੰ ਪਤਾ ਹੋਵੇ ਕਿ ਅਗਰ ਮੈਂ ਗੋਲੀ ਚਲਾਈ ਮੈਂ ਜੇਲ੍ਹ 'ਚ ਜਾਣਾ ਪਏਗਾ ਤਾਂ ਗੋਲੀਆਂ ਚਲਾਓ, ਔਰ 1 2 ਨਹੀਂ 70 ਰਾउंड ਗੋਲੀਆਂ ਚਲੀਆਂ। ਇਹ ਤਾਂ चलो खुशकिस्मती है साढ़े इस इलाके के लोगों की कि कोई वो चपेट च नहीं आ गया। फिर गड्डियां तोड़ के गए। फिर देखो कितनी माड़ी गल है कि 10 लोग सीगे तो 2 फड़े गए, बाकी 8 नहीं फड़े गए, क्योंकि 8 ने कितना किते पोलीटिकल शैल्टर ले लिया। और मैं अपील करदा अकाली दल ते बीजेपी उन्होंने भी ये जिम्मेवारी समाज नूं इकट्ठा करके रखण दी, ला एंड ऑर्डर नूं कायम करन दी एक कांग्रेस पार्टी तो हैगी। ਇਹਨਾਂ ਲੋਕਾਂ ਦੀ ਵੀ ਆ ਜਿਹੜੇ ਵੋਟਾਂ ਮੰਗਦੇ ਆ, ਜਿਹੜੇ ਕਹਿੰਦੇ ਆ ਕਿ ਸਾਨੂੰ ਆ ਸੀਟਾਂ ਦਿਓ, ਅਸੀਂ ਸੇਵਾ ਕਰਨ ਆਏ ਆ, ਇਹ ਸਾਡੀ ਤਾਂ ਹੈ, ਅਸੀਂ ਤਾਂ ਨਿਭਾਵਾਂਗੇ। ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ, ਮੈਂ ਮੌਜੂਦਾ ਵਿਧਾਇਕ ਨੂੰ ਅਪੀਲ ਕਰਨਾ ਚਾਹਨਾ ਕਿ ਇਸ ਹਲਕੇ 'ਚ ਤੀਜੀ ਘਟਨਾ ਮਹੀਨੇ ਦੇ ਵਿੱਚ। ਪਹਿਲਾ ਇੱਕ ਸਿੱਖ ਲੜਕੇ ਨੂੰ ਉੱਪਰੋਂ ਨੀਚੇ ਸੜਤਾ ਦੂਜੀ ਮੰਜ਼ਿਲ ਤੋਂ, ਸੈਕਿੰਡ ਸਾਡਾ ਵਾਰਡ ਪ੍ਰਧਾਨ ਦਾ ਕਤਲ ਹੋਇਆ, ਥਰਡ ਆ ਗੋਲੀਆਂ ਚਲੀਆਂ। ਕਿਤੇ ਨਾ ਕਿਤੇ ਵਿਧਾਇਕ ਸਾਹਿਬ ਨੂੰ, ਕਮਿਸ਼ਨਰ ਪੁਲਿਸ ਨੂੰ ਕਹਿਣਾ ਪਏਗਾ कि मेरे इलाके ਇਹੋ ਜਿਹੀ घटना दोबारा रिपीट नहीं होनी चाहिए। अगर होएगी तो उसकी जिम्मेवारी किहदी फिक्स होएगी, वो करनी चाहिए है। तो अपने वर्करां नूं उन्होंने ये गल कहनी, उन्होंने ये गल कहनी पेगी कि किसी ने भी ਇਹੋ ਜਿਹਾ काम किया मेरे वालों, मेरी पार्टी वालों शैल्टर नहीं दिता जाएगा। तलवार साहब, एंटी टास्क फोर्स बनाई सीएम मान सरकार ने, खास करके गैंगस्टरां नूं लैके,
ਤੇ ਉਸ ਤੋਂ ਬਾਅਦ ਵੀ ਇਹ ਜਿਹੜੇ ਪੁਲਿਸ ਕਹਿ ਰਹੀ ਹੈ ਅਸੀਂ ਗੈਂਗਸਟਰ ਕਾਫੀ ਫੜ ਲਿਆ, ਤੇ ਫਿਰ ਫਰੋਤੀਆਂ ਲਈਆਂ ਕੋਲਾਂ ਵੀ ਆਉਂਦੀਆਂ ਗੈਂਗਸਟਰਾਂ ਦੀਆਂ, ਜੇ ਨਹੀਂ 20 ਲੱਖ ਰੁਪਏ ਦੋਗੇ ਇੱਕ ਸਿਲਾਈ ਮਸ਼ੀਨ ਦੇ ਕਾਰੋਬਾਰੀ ਨੂੰ ਫੋਨ ਆਉਂਦਾ ਕਿ ਤੇਰੇ ਮੁੰਡੇ ਨੂੰ ਮਾਰ ਦੇਵਾਂਗੇ। ਕੱਲ ਇੱਥੇ ਗੋਲੀਆਂ ਚੱਲਦੀਆਂ ਤੇ ਮਾਹੌਲ ਹੈ ਪੰਜਾਬ ਦਾ ਖਰਾਬ ਹੁੰਦਾ ਨਜ਼ਰ ਆ ਰਿਹਾ ਕਿ ਲਾਅ ਐਂਡ ਆਰਡਰ ਨਹੀਂ ਮੇਨਟੇਨ ਹੋ ਰਿਹਾ ਸਰਕਾਰ ਕੋ। ਬੜੀ ਮੁਸ਼ਕਿਲ ਨਾਲ ਪੰਜਾਬ ਦੁਆਰਾ ਠੀਕ ਹੋਇਆ। ਪਹਿਲਾਂ ਟੈਰਰਿਜ਼ਮ ਵੇਲੇ, ਫਿਰ ਗੈਂਗ ਵਾਰ, ਇਹ ਦੁਆਰਾ ਅਸੀਂ ਉਧਰਲੇ ਪਾਸੇ ਜਾ ਰਹੇ ਹਾਂ। ਇਹ ਬੜਾ ਵੱਡਾ ਫੇਲਿਅਰ ਹੈ ਗਵਰਨਮੈਂਟ ਦਾ। ਕਿਉਂ ਬੈਠੇ ਇਸ ਜਗ੍ਹਾ ਦੇ ਉੱਤੇ? ਅਸੀਂ ਕੋਈ 1000 ਰੁਪਏ ਪਿੱਛੇ ਨਹੀਂ ਬੈਠੇ, 300 ਯੂਨਿਟ ਪਿੱਛੇ ਨਹੀਂ ਬੈਠੇ। ਅਸੀਂ ਬੈਠੇ ਹਾਂ ਵੀ ਹਾਲਾਤ ਦੁਆਰਾ ਖਰਾਬ ਨਾ ਹੋਣ। ਪੰਜਾਬ ਬਾਰਡਰ ਸਟੇਟ ਹੈ, ਦੁਆਰਾ ਉਹ ਚੀਜ਼ਾਂ ਤੇ ਨਾ ਅਸੀਂ ਪਹੁੰਚ ਜਾਈਏ, ਕਿਉਂਕਿ ਇਹ ਸਟੇਟ ਜਿਹੜੀ ਹੈ ਬੜੀਆਂ ਕੁਰਬਾਨੀਆਂ ਨਾਲ ਦੁਆਰਾ ਠੀਕ ਹੋਈ ਹੈ। ਸੋ ਮੈਂ ਸੀਐਮ ਸਾਹਿਬ ਨੂੰ ਅਪੀਲ ਕਰਦਾ ਕਿ ਕਾਈਂਡਲੀ ਲਾਅ ਐਂਡ ਆਰਡਰ ਤੇ ਧਿਆਨ ਦੇਣ। ਇਹ ਜਿਹੜਾ ਹਰਿਆਣਾ ਜਿੱਤਣਾ ਹੈ, ਗੁਜਰਾਤ ਜਿੱਤਣਾ ਹੈ ਜਾਂ ਰਾਜਸਥਾਨ ਜਿੱਤਣਾ ਹੈ, ਇਹ ਕੇਜਰੀਵਾਲ ਜੀ ਨੂੰ ਜਿੱਤ ਲੈਣ ਦਿਓ। ਲੇਕਿਨ ਤੁਸੀਂ ਪੰਜਾਬ ਦੇ ਸੀਐਮ ਹੋ, ਪੰਜਾਬ 'ਚ ਰਹਿ ਕੇ ਲਾਅ ਐਂਡ ਆਰਡਰ ਨੂੰ ਠੀਕ ਕਰੋ, ਤਾਂ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹ ਆਪਣੇ ਨੂੰ ਠੱਗਿਆ ਮਹਿਸੂਸ ਨਾ ਕਰਨ ਤੇ ਲੋਕਾਂ ਦੀ ਜਾਨ ਜਿਹੜੀ ਹੈ ਸਿਕਿਉਰ ਹੋ ਸਕੇ। ਭਗਵੰਤ ਮਾਨ ਕਹਿੰਦੇ ਅਸੀਂ ਇੱਦਾਂ ਦਾ ਇੱਕ ਸਿਸਟਮ ਕਰ ਦੇਣਾ ਕਿ ਅੰਗਰੇਜ਼ ਇੱਥੇ ਨੌਕਰੀਆਂ ਆ ਕੇ ਲੈਣਗੇ। ਬੜੀ ਸਟੂਪਿਡ ਜੀ ਗੱਲ ਹੈ। ਮਤਲਬ ਕਹਿਣ ਤੇ ਸੁਣਨ 'ਚ ਹੀ ਬੁਰੀ ਲੱਗਦੀ ਹੈ। ਤੁਸੀਂ ਇਹ ਸੁਖਬੀਰ ਬਾਦਲ ਜੀ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗਾ। ਜੱਚਦੀ ਹੈ ਗੱਲ, ਥੋੜੀ ਜੱਚਦੀ ਹੈ ਕਿ ਤੁਸੀਂ ਡਿਵੈਲਪਮੈਂਟ ਉਸ ਲੈਵਲ ਤੇ ਲੈ ਜਾਓਗੇ, ਕੈਲੀਫੋਰਨੀਆ ਬਣ ਜਾਏਗਾ। ਲੇਕਿਨ ਤੁਸੀਂ ਇਹ ਕਹਿ ਦਿਓ ਕਿ ਅਮਰੀਕਾ ਦੇ ਲੋਕ, ਇੰਗਲੈਂਡ ਦੇ ਲੋਕ, ਕੈਨੇਡਾ ਦੇ ਲੋਕ ਇੱਥੇ ਆ ਕੇ ਨੌਕਰੀ ਕਰਨਗੇ। ਤੁਸੀਂ ਆਪਣੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਦਿਓ, ਅਸੀਂ ਸਮਝਾਂਗੇ ਤੁਸੀਂ ਵਾਕਈ ਅੰਗਰੇਜ਼ ਬੁਲਾ ਲਏ। ਔਰ ਦੂਸਰੀ ਗੱਲ, ਤੁਹਾਨੂੰ 100 ਦਿਨ ਬਾਅਦ ਇੱਕ ਡਾਟਾ ਪੇਸ਼ ਕਰਾਂਗਾ, ਮੈਂ ਹੀ ਕਰਾਂਗਾ ਕਿ ਇਹਨਾਂ 100 ਦਿਨ ਦੇ ਵਿੱਚ ਜਦੋਂ ਦੀ ਝਾੜੂ ਸਰਕਾਰ ਆਈ ਹੈ, ਕੈਨੇਡਾ, ਅਮਰੀਕਾ ਸਾਡੇ ਕਿੰਨੇ ਲੋਕ ਬੱਚੇ ਦੇਸ਼ ਛੱਡ ਕੇ ਗਏ ਹੈ, ਤੁਹਾਡੇ ਸਾਹਮਣੇ ਰਿਕਾਰਡ ਆ ਜਾਏਗਾ। ਤੁਸੀਂ ਆਪਣੇ ਬੱਚੇ ਰੋਕ ਲਓ, ਇਹੀ ਸਾਡੀ ਅਚੀਵਮੈਂਟ ਹੈ। ਸੋ ਜਿਹੜੀਆਂ ਗੱਲਾਂ ਇਹ ਜਦੋਂ ਸਰਕਾਰ ਲੈ ਕੇ ਆਈ ਸੀ ਸਾਡੇ ਵਿਰੁੱਧ ਕਰਦੇ ਸੀਗੇ, ਅੱਜ ਉਹ ਗੱਲਾਂ ਇਹਨਾਂ ਦੇ ਉੱਪਰ ਪੈ ਗਈਆਂ ਔਰ ਅੱਜ ਇਹਨਾਂ ਨੂੰ ਕੰਮ ਕਰਨਾ ਪਏਗਾ। ਅਸੀਂ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਇਹਨਾਂ ਨੂੰ ਅਪੀਲ ਕਰਦੇ ਰਵਾਂਗੇ ਔਰ ਇਹ ਲੋਕਾਂ ਨੇ ਦੇਖਣਾ ਜਿਨ੍ਹਾਂ ਨੇ ਬੜਾ ਭਾਰੀ ਬਹੁਮਤ ਦੇ ਨਾਲ ਇਹ ਵੋਟਾਂ ਪਾਈਆਂ ਸੀਗੀਆਂ ਕਿ ਇਹ ਬਦਲਾਵ ਕਿਹੋ ਜਿਹਾ ਆਇਆ। ਜੇ ਨਸ਼ੇ ਦੀ ਗੱਲ ਕਰੀਏ, ਤੁਹਾਡੀ ਜਦੋਂ ਸਰਕਾਰ ਸੀਗੀ ਸੱਤਾ ਦੇ ਵਿੱਚ, ਕੈਪਟਨ ਸਾਹਿਬ ਨੇ ਵੀ ਕਿਹਾ ਨਸ਼ਾ ਖਤਮ ਹੋਊਗਾ, ਪਰ ਨਸ਼ਾ ਖਤਮ ਨਹੀਂ ਹੋਇਆ ਤੇ ਲੱਗਦਾ ਹੈ ਕਿ ਉਹਦਾ ਕਾਰਨ ਜਿਹੜਾ ਹਾਰ ਦਾ ਕਾਰਨ ਉਹੀ ਬਣਿਆ। ਗੱਲਾਂ ਵਾਅਦੇ ਆ ਜਿਹੜੇ ਪੂਰੇ ਨਹੀਂ ਕਰ ਸਕੀ ਕਾਂਗਰਸ ਸਰਕਾਰ। ਕਾਟੋ ਕਲੇਸ਼ ਚੱਲਦਾ ਰਿਹਾ, ਹੁਣ ਵੀ ਚੱਲਦਾ ਰਿਹਾ। ਜਦੋਂ ਪ੍ਰਧਾਨਗੀ ਮਿਲ ਗਈ, ਆਪਣਾ ਜਾਖੜ ਸਾਹਿਬ ਕਹਿੰਦੇ ਸੀ ਮੈਨੂੰ ਨਹੀਂ ਮਿਲੀ, ਹੁਣ ਰਾਜਾ ਵੜਿੰਗ ਨੂੰ ਮਿਲ ਗਈ, ਨਵਜੋਤ ਸਿੰਘ ਸਿੱਧੂ ਨੂੰ ਉਤਾਰ ਲਿਆ। ਕਿਤੇ ਨਾ ਕਿਤੇ ਕਾਰਨ ਬੰਦਾ ਉਹ। ਦੇਖੋ ਕੁਝ ਕਾਰਨ ਤਾਂ ਇਹ ਸੀਗੇ, ਲੇਕਿਨ ਬੜਾ ਵੱਡਾ ਇੱਕ ਕਾਰਨ ਹੋਰ ਹੋਇਆ ਜਿਹੜਾ ਅਸੀਂ ਫੀਲ ਕਰ ਰਹੇ ਹਾਂ। ਸਾਡੇ ਤੋਂ ਝੂਠ ਨਹੀਂ ਬੋਲਿਆ ਗਿਆ। ਅਸੀਂ ਉਹ ਗੱਲ ਨਹੀਂ ਕੀਤੀ ਵੀ ਬਾਅਦ 'ਚੋਂ ਪੂਰੀ ਨਾ ਕੀਤੀ ਜਾ ਸਕੇ। ਜਿਹੜਾ 1000 ਰੁਪਏ ਲਈ ਇਹਨਾਂ ਨੇ ਗੱਲ ਕੀਤੀ ਹੈ, ਅਗਰ ਇਹਨਾਂ ਕੋਲ ਫੰਡ ਸੀਗੇ, ਇਹਨਾਂ ਨੇ ਕਿਹਾ ਸੀ 1000 ਰੁਪਏ ਦੇਵਾਂਗੇ, ਫਿਰ ਜਿੱਤਣ ਤੋਂ ਪਹਿਲਾ ਫੈਸਲਾ ਉਹ ਲੈਂਦੇ। ਇਹਨਾਂ ਕਿਹਾ 300 ਯੂਨਿਟ ਬਿਜਲੀ ਮੁਫਤ ਦੇਵਾਂਗੇ, ਫਿਰ ਉਹ ਫੈਸਲਾ ਲੈਂਦੇ। ਉਹੀ ਰੇਟ ਬਿਜਲੀ ਦੇ ਰਿਪੀਟ ਹੋ ਰਿਹਾ ਜਿਹੜੇ ਚੰਨੀ ਜੀ ਕਰਕੇ ਗਏ ਸੀਗੇ। ਸੋ ਲੋਕਾਂ ਨੂੰ ਇਹ ਲੱਗਿਆ ਕਿ ਜਿਵੇਂ ਇੱਕ ਪਰਿਵਾਰ ਦੇ ਵਿੱਚ ਇੱਕ ਮਦਰ ਹੈ ਤੇ 2 ਬੇਟੀਆਂ, ਵੀ ਸਾਨੂੰ 3000 ਰੁਪਏ ਮਿਲ ਜਾਏਗਾ, ਸਾਡਾ 300 ਯੂਨਿਟ ਮੁਫਤ ਹੋ ਜਾਏਗਾ। ਉਸ ਚੱਕਰ 'ਚ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾਤੀਆਂ। ਅਦਰਵਾਈਜ਼ ਤੁਸੀਂ ਮੇਰੇ ਹਲਕੇ ਦਾ ਸਰਵੇ ਕਰੋ, ਤੁਸੀਂ ਕਿਸੇ ਨੂੰ ਪੁੱਛ ਲਓ ਵੀ ਐਮਐਲਏ ਨੇ ਕੋਈ ਮਾੜਾ ਕੰਮ ਕੀਤਾ, ਤੁਹਾਨੂੰ ਕਲੈਰਿਟੀ ਹੋ ਜਾਏਗੀ। ਡਿਵੈਲਪਮੈਂਟ ਚੈੱਕ ਕਰ ਲਓ। ਲੇਕਿਨ ਲੋਕੀ ਇਸ ਚੱਕਰ 'ਚ ਆ ਗਏ ਔਰ ਅਸੀਂ ਚਾਹਾਂਗੇ ਜੀ ਹੁਣ ਲੋਕਾਂ ਨੂੰ 300 ਯੂਨਿਟ ਵੀ ਮਿਲਣ ਤੇ 1000 ਰੁਪਏ ਵੀ ਮਿਲੇ, ਜਿਹੜਾ ਇਹਨਾਂ ਤੋਂ ਦਿੱਤਿਆ ਨਹੀਂ ਜਾਣਾ। ਜਿਹੜੇ ਰੇਤੇ ਤੋਂ ਇਹਨਾਂ ਨੇ ਪੈਸੇ ਲੈਣੇ ਆ, ਜਿਹੜੇ ਇਹਨਾਂ ਨੇ ਸ਼ਰਾਬ ਦੀ ਕਾਰਪੋਰੇਸ਼ਨ ਬਣਾ ਕੇ ਪੈਸੇ ਲੈਣੇ ਆ, ਦੇਖਦੇ ਆ ਕਦੋਂ ਲੈਂਦੇ ਤੇ ਕਦੋਂ ਲੋਕਾਂ ਨੂੰ ਵੰਡਦੇ ਆ, ਕਲੈਰਿਟੀ ਹੋ ਜਾਏਗੀ। ਮੈਡਮ ਇੱਧਰ ਆਓ। ਮਹਿਲਾਵਾਂ ਵੀ ਜਿਹੜੀਆਂ ਧਰਨੇ ਤੇ ਬੈਠੀਆਂ ਸੀ, ਜਿੱਥੇ ਦੇਰ ਰਾਤ ਜਿਹੜੀਆਂ ਗੋਲੀਆਂ ਚੱਲੀਆਂ, ਗੱਲਬਾਤ ਕਰਦੇ ਆ। ਮੈਡਮ ਧਰਨੇ ਤੇ ਬੈਠੇ ਹੋ, ਸਰਕਾਰ ਕਹਿੰਦੀ ਸੀ ਇੱਕ ਵਾਰੀ ਮੌਕਾ ਦਿਓ, ਬਦਲਾਵ ਲਿਆਵਾਂਗੇ, रात गोलियां चली हैं, लगता है कितने ना कितने कारण की है? जी सर, बिल्कुल बदलाव आया है, बहुत अच्छा बदलाव आया है। वार्ड नंबर 15 में बैठे हैं हम ये धरने पे, और ये बदलाव आया है कि सही कहा है एमएलए साहब ने कि जो बेचारी जो विधवाएं हैं या जिनके घर में कोई कमाने वाला नहीं है, 2 या 3 लेडीज़ हैं, वो इस लालच में आ गई हैं कि हमें 2-3 हज़ार रुपये मिल जाएंगे, बिजली फ्री हो जाएगी तो हमारा थोड़ा बहुत राशन पानी घर का चल जाएगा। डेवलपमेंट तो बहुत काफ़ी हो चुका है, कांग्रेस पार्टी ने इतना कुछ किया हुआ है कि अब सड़कें नहीं बननी, नल पानी की कमी नहीं, लाइटों की कमी नहीं, सब कुछ तो कांग्रेस पार्टी ने पहले ही कर दिया है। अगर यहाँ कमी थी तो एजुकेशन की, सरकारी जॉब की, और ये चीज़ें लाने के लिए हमने सोचा, लोगों ने सोचा कि चलो हमें कुछ नया देखने को मिलेगा आम आदमी पार्टी लाने के बाद। लेकिन अगर हमें कुछ देखने को मिला है तो गुंडागर्दी, और ये देखने को मिल रहा है कि हम अपने आप को अनसेफ महसूस कर रहे हैं।
रात को बर्थडे पार्टी में 70-80 गोलियां चल रही हैं सर। अगर यहाँ मानो किसी के एक के भी लग जाती, कोई एक भी मर जाता है, सरकार का तो कुछ भी नहीं जाता। वो तो बेचारे एक दिन शोक मनाने भी नहीं आएंगे। भगवंत मान जी की बड़ी बड़ी बातें, सिर्फ बड़ी बड़ी बातें, 1000 रुपए आएंगे जी, 300 यूनिट फ्री होंगे जी। तो हमारा देश या हमारा पंजाब को भीख मांगने वाला मत करो। हमें फ्री में कुछ नहीं चाहिए, हमें चाहिए सुरक्षा हमारे बच्चों को, हम अपनी, हमारे आदमियों की, हमारे भाइयों की। दूसरी हमें चाहिए हमारे बच्चों को सरकारी नौकरियां और एजुकेशन होनी चाहिए। अगर कुछ लाना भी है सरकार ने, नई सरकार अगर पंजाब में आई है, कांग्रेस को छोड़कर, बीजेपी नहीं, अकाली नहीं, एक नए आदमी को लेकर आए तो वो नया काम करे सरकार, ये थोड़ी है गुंडागर्दी करे। ਜਿਹੜੀ ਰਾਤ ਨੂੰ ਲੜਾਈ ਹੋਈ ਹੈ ਉਹਦਾ ਪਤਾ ਲੱਗਿਆ ਉਹਦਾ ਕਾਰਨ ਕੀ ਸੀਗਾ, ਕਿਉਂ ਕਾਰਨ ਸੀ ਇੰਨੀਆਂ ਗੋਲੀਆਂ ਚੱਲੀਆਂ, ਮਾਹੌਲ ਖਰਾਬ ਹੋਇਆ ਦੇਰ ਰਾਤ ਨੂੰ? सर कारण कुछ नहीं है, अठोटी मिल गई है। आम आदमी गुंडागर्दी कर रही है और ये इसलिए क्योंकि कानून को कमज़ोर कर रहे हैं ये लोग। कानून को अगर ये सख्त कर दें तो कानून अपना काम करे, उनको सख्त से सख्त सजा दे। पार्टी चाहे कांग्रेस हो चाहे पार्टी कोई भी हो, जो गलती कर रहा है उसे सजा मिले और सजा के वो हकदार हैं। कोई मुद्दा नहीं है, कोई यहाँ पे मुकदमे नहीं चल रहा है, कोई किसी का एक दूसरे का खेत एक साथ में नहीं है। ये क्या हो गया है, जैसे ही आम आदमी पार्टी आई है सब अपने आप को वो भगवंत मान समझ रहे हैं, सब अपने आप को सीएम समझ रहे हैं, सब आपको अपने विधायक समझ रहे हैं, सब आप विधायक बन गए। यानी ये समझ लो कि अब कुछ भी सेफ नहीं लग रहा सर। सब यही लग रहा है कि अब हमें खुद को डर लगने लगा है। हम तो कांग्रेस पार्टी में बेझिझक काम कर रहे थे। मुस्लिम महिलाएं तो वैसे भी आपको पता बाहर नहीं आती हैं। मैं एक पहली लेडीज़ हूँ, हम लुधियाने के अंदर पूरे में काम कर रही थी और बेझिझक काम कर रही थी। लेकिन अब मेरे घर वाले भी बोल रहे हैं घर में बैठ जाओ, रातों को गोलियां चल रही हैं, दिनों में भी क्या होगा, रात को हम सोने में डर लग रहा है। अब बताइए ये सरकार हमें क्या देगी? 1000 रुपए फ्री, ये फ्री, वो फ्री, केजरीवाल फ्री, सारा कुछ फ्री कर दोगे तो क्या हमें भीख कटोरा लेके भीख मंगवाओगे? अरे नहीं, तरक्की करो, मेहनत करके रोटी हम खुद खा लेंगे। ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਆ ਇੱਕ ਪੈਂਪਲੇਟ ਜਿਹੜਾ ਛਪਾਇਆ ਗਿਆ ਉਹਦੇ ਵਿੱਚ ਲਿਖਿਆ ਗਿਆ ਭਗਵੰਤ ਮਾਨ ਸਰਕਾਰ ਦੇ 25 ਦਿਨ ਕੁੱਲ ਕਤਲ 52, ਨਸ਼ੇ ਤਸਕਰੀ ਦੇ 34, ਖਿਡਾਰੀਆਂ ਦੇ ਕਤਲ 6, ਕਿੰਨੀ ਜਗ੍ਹਾ ਚੱਲੀਆਂ ਗੋਲੀਆਂ, ਗੈਂਗਸਟਰਾਂ ਵੱਲੋਂ ਕੀਤੇ ਗਏ ਕਤਲ। ਅਲੱਗ-ਅਲੱਗ ਮੁੱਦਿਆਂ ਤੇ ਜਿਹੜੇ ਆ ਪੈਂਪਲੇਟ ਬਣਾਏ ਗਏ ਆ। ਤਾਬੜ ਤੋੜ ਦੇਰ ਰਾਤ ਜਿਹੜੀਆਂ ਗੋਲੀਆਂ ਚੱਲਦੀਆਂ ਲੁਧਿਆਣਾ ਦੇ ਵਿੱਚ, ਮਾਹੌਲ ਖਰਾਬ ਹੁੰਦਾ ਹੈ। ਪੁਲਿਸ ਪਹੁੰਚਦੀ ਹੈ, ਇੱਕ ਬਰਥਡੇ ਪਾਰਟੀ ਚੱਲਦੀ ਹੈ, ਉਹਦੇ ਵਿੱਚ ਬਰਥਡੇ ਪਾਰਟੀ ਨੂੰ ਲੈ ਕੇ ਤਣਾਅ ਪੂਰਨ ਜਿਹੜਾ ਕਿ ਮਾਹੌਲ ਹੋ ਜਾਂਦਾ ਹੈ। ਤੇ ਹੁਣ ਵੀ ਜਿਹੜੀ ਹੈ ਪੁਲਿਸ ਖੜੀ ਹੋਈ ਹੈ। ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਲੁਧਿਆਣਾ ਦੀਆਂ ਤਸਵੀਰਾਂ, ਜਿੱਥੇ ਦੇਰ ਰਾਤ ਗੋਲੀਆਂ ਚੱਲਦੀਆਂ ਤੇ ਅੱਜ ਉੱਥੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਕਿ ਘੇਰਿਆ ਗਿਆ, ਮਾਨ ਸਰਕਾਰ ਨੂੰ ਘੇਰਿਆ ਗਿਆ। ਸੱਤਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਇਹ ਮਾਹੌਲ ਹੈ ਉਹ ਖਰਾਬ ਹੁੰਦਾ ਨਜ਼ਰ ਆਉਂਦਾ ਹੈ, ਜਿਹਦੇ ਵਿੱਚ ਵਿਰੋਧੀਆਂ ਪਾਰਟੀਆਂ ਜਿਹੜੀਆਂ ਘੇਰਦੀਆਂ ਨੇ ਸਰਕਾਰ ਨੂੰ ਤੇ ਘੇਰਨ ਦੇ ਨਾਲ ਅੱਜ ਜਿਹੜਾ ਕਿ ਧਰਨਾ ਲਗਾਇਆ ਗਿਆ। ਇਹ ਉਹੀ ਜਗ੍ਹਾ ਹੈ ਜਿੱਥੇ ਰਾਤ ਨੂੰ ਜਿਹੜੀਆਂ ਤਾਬੜਤੋੜ ਗੋਲੀਆਂ ਚੱਲੀਆਂ, ਮਾਹੌਲ ਖਰਾਬ ਹੋਇਆ। ਤੁਹਾਨੂੰ ਤਸਵੀਰਾਂ ਦਿਖਾ ਦਿੰਦਾ, ਹਜੇ ਵੀ ਆਹ ਜਗ੍ਹਾ ਸੀਗੀ ਜਿੱਥੇ ਰਾਤ ਨੂੰ ਜਿਹੜਾ ਕਿ ਇਹ ਗੱਡੀਆਂ ਖੜੀਆਂ ਹੋਈਆਂ ਸੀ, ਕੱਚ ਜਿਹੜਾ ਕਿ ਹੈ ਹਜੇ ਤੱਕ ਖਿਲਰਿਆ ਹੋਇਆ ਹੈ। ਉਹੀ ਜਗ੍ਹਾ ਹੈ ਜਿੱਥੇ ਤੁਹਾਨੂੰ ਰਾਤ ਨੂੰ ਲਾਈਵ ਜੁੜੇ ਸੀਗੇ, ਲਾਈਵ ਦੱਸਿਆ ਗਿਆ ਉਹਦੇ ਵਿੱਚ। ਇਹ ਉਹੀ ਜਗ੍ਹਾ ਜਿੱਥੇ ਗੋਲੀਆਂ ਚੱਲੀਆਂ ਸੀਗੀਆਂ, ਗੱਡੀਆਂ ਭੰਨੀਆਂ ਗਈਆਂ ਸ਼ਰੇਆਮ। ਦੇਰ ਰਾਤ ਇੱਥੇ ਮਾਹੌਲ ਹੈ ਜਿਹੜਾ ਉਹ ਬੜਾ ਖਰਾਬ ਹੋਇਆ ਸੀਗਾ। ਤੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 2 ਬੰਦਿਆਂ ਤੇ ਜਿਹੜਾ ਕਿ ਇਹ ਮਾਮਲਾ ਸੀਗਾ ਦਰਜ, 8 ਬੰਦਿਆਂ ਤੇ ਮਾਮਲਾ ਦਰਜ ਸੀਗਾ। 8 ਤੋਂ 10 ਬੰਦੇ ਆ ਜਿਹੜੇ ਅਣਪਛਾਤੇ ਦੱਸੇ ਜਾ ਰਹੇ ਆ। ਉਹਦੇ ਵਿੱਚੋਂ 2 ਬੰਦਿਆਂ ਤੇ ਗੋਲੀਆਂ ਚੱਲੀਆਂ ਨੇ, ਲੱਗੀਆਂ ਨੇ। ਇੱਕ ਦੇ ਮੋਢੇ ਤੇ ਗੋਲੀ ਲੱਗੀ, ਦੂਜੇ ਤੇ ਲੱਤ ਤੇ ਗੋਲੀ ਲੱਗੀ ਹੈ। ਤੇ ਟਿੱਬਾ ਰੋਡ SHO ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2 ਬੰਦੇ ਅਰੈਸਟ ਕਰ ਲਿੱਤੇ ਗਏ ਨੇ। ਅੱਜ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ 8 ਤੋਂ 10 ਅਣਪਛਾਤੇ ਬੰਦੇ ਨੇ ਤੇ 8 ਬਾਈ ਨੇਮ ਪਰਚਾ ਦਰਜ ਕੀਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਜਿਨ੍ਹਾਂ ਤੇ ਪਰਚਾ ਦਰਜ ਹੈ, ਜਿਹੜੇ ਅਣਪਛਾਤੇ ਨੇ, ਉਹ ਕਦੋਂ ਪੁਲਿਸ ਦੇ ਹੱਥੇ ਚੜ੍ਹਦੇ ਨੇ। ਜਿਹੜੇ 2 ਬੰਦੇ ਅਰੈਸਟ ਕੀਤੇ ਆ, ਹਜੇ ਤੱਕ ਉਹਨਾਂ ਦੀ ਵੱਲੋਂ ਪੁਲਿਸ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਗੋਲੀਆਂ ਚਲਾਉਣ ਦੇ ਵਿੱਚ ਸ਼ਾਮਲ ਸੀਗੇ ਜਾਂ ਨਹੀਂ ਸੀਗੇ, ਗੋਲੀਆਂ ਉਹਨਾਂ ਵੱਲੋਂ ਚਲਾਈਆਂ ਗਈਆਂ ਜਾਂ ਨਹੀਂ ਚਲਾਈਆਂ। ਇਨਵੈਸਟੀਗੇਸ਼ਨ ਜਾਰੀ ਹੈ। ਪੁਲਿਸ CCTV ਫੁਟੇਜ ਹੈ ਜਿਹੜੀ ਚੈੱਕ ਕਰ ਰਹੀ ਹੈ, ਵੀਡੀਓਜ਼ ਚੈੱਕ ਕਰ ਰਹੀ ਹੈ ਕਿ ਉਹ ਬੰਦੇ ਗੋਲੀਆਂ ਚਲਾਉਣ ਦੇ ਵਿੱਚ ਸ਼ਾਮਲ ਸੀਗੇ ਜਾਂ ਭੀੜ ਦੇ ਨਾਲ ਆਏ ਸੀਗੇ, ਪਥਰਾਵ ਕਰ ਰਹੇ ਸੀ। ਇਹ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਹਜੇ ਪੁਲਿਸ ਵੱਲੋਂ ਨਹੀਂ ਦੱਸਿਆ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਲੋਕ ਫੜੇ ਗਏ ਨੇ ਉਹ ਕੀ ਖੁਲਾਸੇ ਕਰਦੇ ਨੇ, ਕਿਉਂ ਇੱਦਾਂ ਦਾ ਮਾਹੌਲ, ਤਣਾਅਪੂਰਨ ਮਾਹੌਲ ਹੈ ਜਿਹੜਾ ਕੀਤਾ ਗਿਆ ਲੁਧਿਆਣਾ ਦੇ ਵਿੱਚ ਦੇਰ ਰਾਤ। ਬਾਕੀ ਜਿਹੜੇ ਲੋਕ ਹੈ ਜਿਹੜੇ ਨਹੀਂ ਫੜੇ ਗਏ ਉਹ ਕਦੋਂ ਤੱਕ ਫੜੇ ਜਾਂਦੇ ਨੇ। ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਸੌਰਵ ਅਰੋੜਾ ਦੀ ਰਿਪੋਰਟ। ਧੰਨਵਾਦ।